ਸਾਹਿਬ ਜੀ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰਿਤਾ। ਕਬੀਰ ਗਰਭ ਨਾ ਕੀਜੀਐ, ਰੰਕ ਨ ਹਸੀਐ ਕੋਇ। ਅਜੋ ਸੋ ਨਾਹੂੰ ਸਮੁੰਦ ਮੈਂ, ਕਿਆ ਜਾਨੂ ਕਿਆ ਹੋਏ। ਕਿਆ ਜਾਣਾ ਕਿਬ ਮਰੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨਹੁ ਨ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਇਕ ਨਾ ਆਟਾ ਅਗਲਾ, ਇਕ ਨਾ ਨਾਹੀ ਲੋਣ। ਅੱਗੇ ਗਏ ਸਿਆਪ ਸਨ, ਚੋਟਾ ਖਾਸੀ ਕੋਣ। ਪਾਸ ਦਮਾਮੇ ਛਤ ਸਿਰ, ਭੇਰੀ ਛੱਡੋ ਰੱਡ। ਜਾਏ ਸੁਤੇ ਜੀ ਰਾਣ ਮਹਿ, ਥੀਏ ਅਤੀਮਾ ਗਢ। ਹਰਿਦਾ ਕੋਠੇ ਮੰਡਪ ਮਾੜੀਆਂ, ਉਸਾਰੇਂਦੇ ਭੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਹਰਿਦਾ ਕੋਠੇ ਮੰਡਪ ਮਾੜੀਆਂ, ਉਸਾਰੇਂਦੇ ਭੀ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ, ਪਰਥਕ ਹਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਹੋਏ ਬੈਠੇ ਸਤਸੰਗੀ ਜਨੋ,
ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਇਹ ਪਾਵਨ ਵਿਚਾਰਾਂ ਸਰਵਣ ਕਰ ਰਹੇ ਸਤਸੰਗੀ ਜਨੋ, ਬਾਬਾ ਫਰੀਦ ਜੀ ਦੇ ਇਹ ਅਗੰਮੀ ਬੋਲ ਜੋ ਉਹਨਾਂ ਦੀ ਜੀਵਨ ਸ਼ੈਲੀ ਨੂੰ ਪ੍ਰਗਟ ਕਰਦੇ ਹਨ ਅਤੇ ਮਨੁੱਖ ਨੂੰ ਰੂਹਾਨੀਅਤ ਦਾ ਗਿਆਨ ਕਰਾਉਂਦੇ ਹਨ। ਸੋ ਅੱਜ ਆਪਾਂ 3 ਸ਼ਲੋਕਾਂ ਦਾ ਮੂਲ ਪਾਠ ਕੀਤਾ ਹੈ। 44 ਨੰਬਰ ਸ਼ਲੋਕ ਤੋਂ ਅੱਜ ਦੀ ਵਿਚਾਰ ਆਰੰਭ ਹੈ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸਿਆਮ ਸਣ, ਚੋਟਾਂ ਖਾਸੀ ਕੌਣ। ਆਓ ਬਾਬਾ ਫਰੀਦ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਸੰਸਾਰ ਦੇ ਵਿੱਚ ਮਨੁੱਖ ਦੀ ਜੈ ਜੈਕਾਰ ਭਾਵੇਂ ਹੋਵੇ, ਪਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜੈ ਜੈਕਾਰ ਕਿਸ ਦੀ ਹੋਣੀ ਹੈ ਅਤੇ ਕਿਸ ਮਨੁੱਖ ਨੂੰ ਉਸ ਮਾਲਕ ਦੀ ਦਰਗਾਹ ਦੇ ਵਿੱਚ ਮਾਰ ਖਾਣੀ ਪੈਣੀ ਹੈ। ਉਸ ਬਾਬਤ ਵਿਚਾਰ ਸਾਡੇ ਸਾਹਮਣੇ ਰੱਖੇ ਹਨ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇਕਾਗਰਤਾ ਬਖਸ਼ੋ, ਪਿਆਰ ਨਾਲ ਆਖੋ ਜੀ ਸਤਨਾਮ ਵਾਹਿਗੁਰੂ। ਕਰੋ ਕਿਰਪਾ ਸਤਨਾਮ ਵਾਹਿਗੁਰੂ। ਆਦਿ ਕਾਲ ਤੋਂ ਸੰਸਾਰ ਦੇ ਵਿੱਚ ਮਨੁੱਖ ਨੂੰ ਨਾਪਣ ਦਾ ਇੱਕ ਪੈਮਾਨਾ ਰਿਹਾ। ਉਹ ਪੈਮਾਨਾ ਹੈ ਧਨ। ਸੰਸਾਰ ਦੇ ਵਿੱਚ ਉਸ ਮਨੁੱਖ ਨੂੰ ਹੀ ਅਮੀਰ ਆਖਿਆ ਜਾਂਦਾ ਹੈ ਜਿਸ ਦੇ ਕੋਲ ਪਦਾਰਥ ਬਹੁਤ ਨੇ, ਧਨ ਬਹੁਤ ਹੈ। ਸੰਸਾਰ ਉਸ ਨੂੰ ਹੀ ਧਨੀ ਮੰਨਦਾ ਹੈ, ਕਿਉਂਕਿ ਬਾਣੀ ਦੇ ਪਾਵਨ ਵਾਕ ਨੇ ਕੌਣ ਵੱਡਾ ਮਾਇਆ ਵਡਿਆਈ। ਜਗਤ ਵਿੱਚ ਕੌਣ ਮਨੁੱਖ ਵੱਡਾ ਹੈ? ਸਭ ਕਹਿੰਦੇ ਨੇ ਮਾਇਆ ਦੀ ਵਡਿਆਈ। ਜਿਹਦੇ ਕੋਲ ਮਾਇਆ ਵੱਧ ਉਸ ਨੂੰ ਲੋਕ ਵੱਡਾ ਆਖਦੇ ਹਨ, ਵੱਡਾ ਸਮਝਦੇ ਹਨ। ਪਰ ਧਰਮ ਦੀ ਦੁਨੀਆ ਦੇ ਵਿੱਚ ਵੱਡਾ ਉਸ ਮਨੁੱਖ ਨੂੰ ਆਖਿਆ ਗਿਆ ਜਿਹੜਾ ਕਿ ਪ੍ਰਭੂ ਦੀ ਬੰਦਗੀ ਵਿੱਚ ਜੁੜ ਗਿਆ। ਪਰ ਸੰਸਾਰੀ ਤੌਰ ਤੋਂ ਮਨੁੱਖ ਉਹੀ ਵੱਡਾ ਆਖਿਆ ਜਾਂਦਾ ਜਿਸ ਦੇ ਕੋਲ ਦੁਨਿਆਵੀ ਪਦਾਰਥ ਬਹੁਤ ਨੇ, ਜਿਨ੍ਹਾਂ ਦੇ ਕੋਲ ਸੰਸਾਰ ਦੀਆਂ ਇਹ ਵਿਸਗੰਧਲਾਂ ਨਕੋ ਨਕ ਭਰੀਆਂ ਪਈਆਂ ਹਨ। ਹਰ ਕਿਸਮ ਦੇ ਸਾਜੋ ਸਮਾਨ ਨੇ ਜ਼ਿੰਦਗੀ ਦੇ ਵਿੱਚ ਵਰਤਣ ਵਾਸਤੇ, ਤੇ ਸੰਸਾਰ ਉਸ ਨੂੰ ਵੱਡਾ ਕਹਿੰਦਾ ਹੈ। ਬਾਬਾ ਫਰੀਦ ਜੀ ਨੇ ਇੱਕ ਬੜੀ ਪਿਆਰੀ ਵਿਚਾਰ ਰੱਖੀ ਹੈ। ਕਹਿਣ ਲੱਗੇ ਫਰੀਦਾ ਇੱਕ ਨਾ ਆਟਾ ਅਗਲਾ। ਹੇ ਫਰੀਦ, ਇੱਕ ਨਾ ਦਾ ਅਰਥ ਹੁੰਦਾ ਕਈ। ਬੰਦਿਆਂ ਪਾਸ ਆਟਾ ਅਗਲਾ, ਅਗਲਾ ਦਾ ਅਰਥ ਹੁੰਦਾ ਬਹੁਤਾ। ਕਈਆਂ ਦੇ ਕੋਲ, ਕਈਆਂ ਦੇ ਪਾਸ ਆਟਾ ਬਹੁਤ ਹੈ, ਆਓ ਕਿ ਵਿਸ ਗੰਦਲਾਂ ਬਹੁਤ ਹਨ, ਦੁਨਿਆਵੀ ਪਦਾਰਥ ਬਹੁਤ ਹਨ।
ਅੰਬਾਰ ਲੱਗੇ ਪਏ ਨੇ, ਬਹੁਤ ਧਨ ਪਦਾਰਥ ਬੇਸ਼ੁਮਾਰ ਧਨ, ਤੇ ਇੱਕ ਨਾ ਨਾਹੀ ਲੋਣ, ਤੇ ਇੱਕ ਨਾ ਵੀ ਨਹੀਂ ਜਿਤਨਾ ਆਟੇ ਪਾਈਦਾ। ਆਓ ਕਿ ਪਦਾਰਥਾਂ ਦੀ ਘਾਟ ਹੈ, ਬਹੁਤ ਥੋੜੇ ਜਿਹੇ ਪਦਾਰਥ ਵੀ ਨਹੀਂ ਹਨ, ਤੇ ਇੱਕ ਨਾ ਦੇ ਕੋਲ ਪਦਾਰਥਾਂ ਦੇ ਅੰਬਾਰ ਲੱਗੇ ਹੋਏ ਨੇ, ਬੇਅੰਤ ਧਨ, ਤੇ ਇੱਕ ਨਾ ਦੇ ਕੋਲ ਇਤਨਾ ਵੀ ਨਹੀਂ ਕਿ ਜਿੰਨਾ ਆਟੇ ਦੇ ਵਿੱਚ ਲੂਣ ਹੁੰਦਾ ਹੈ, ਬਹੁਤ ਥੋੜੇ। ਇੱਕ ਦਾਸ ਬੇਨਤੀ ਕਰੇ, ਸੰਸਾਰ ਦੇ ਵਿੱਚ ਮਨੁੱਖ ਜਦ ਵੀ ਜੁੜਿਆ, ਉਹ ਜਦੋਂ ਸਾਰੇ ਪਾਸੋਂ ਨਿਰਾਸ਼ ਹੋ ਗਿਆ, ਉਸ ਵੇਲੇ ਉਹ ਪ੍ਰਭੂ ਦੀ ਬੰਦਗੀ ਵਾਲੇ ਪਾਸੇ ਤੁਰਦਾ ਹੈ। ਤੁਸੀਂ ਵੇਖੋ, ਜਿਤਨੇ ਵੀ ਭਗਤ ਹੋਏ ਨੇ ਸਾਰੇ ਗਰੀਬੀ ਦੇ ਵਿੱਚੋਂ ਜਨਮ ਹੋਇਆ। ਗਰੀਬੀ ਜਿਹੜੀ ਹੈ ਕਈ ਵਾਰੀ ਮਨੁੱਖ ਨੂੰ ਤੋੜ ਦਿੰਦੀ ਹੈ, ਤੇ ਅੰਦਰੋਂ ਫਿਰ ਭਗਤੀ ਦੀ ਤਾਂਘ ਪੈਦਾ ਕਰਾ ਦਿੰਦੀ ਹੈ। ਅੱਜ ਤੱਕ ਉਹੀ ਮਨੁੱਖ ਭਗਤੀ ਦੇ ਮਾਰਗ ਤੇ ਤੁਰੇ ਹਨ, ਜਿਨ੍ਹਾਂ ਨੇ ਆਪਣੇ ਨੂੰ ਆਪ ਨੂੰ ਨਿਮਾਣਾ ਨਿਤਾਣਾ ਨਹੀਂ ਆਸਰਾ ਸਮਝਿਆ, ਤੇ ਉਹਨਾਂ ਨੇ ਪ੍ਰਭੂ ਦੀ ਭਗਤੀ ਕੀਤੀ। ਆਓ ਕਿ ਜਦੋਂ ਮਨੁੱਖ ਸਭ ਪਾਸਿਓਂ ਆਸ ਤੋੜ ਲੈਂਦਾ ਹੈ, ਔਰ ਸੰਸਾਰ ਦੇ ਵਿੱਚ ਉਹਨੂੰ ਕੋਈ ਆਸ ਦਿਖਾਈ ਨਹੀਂ ਦਿੰਦੀ, ਨਿਰਾਸ਼ ਹੋ ਜਾਂਦਾ ਹੈ, ਫਿਰ ਉਸਦੇ ਅੰਦਰ ਪ੍ਰਭੂ ਦੀ ਆਸਾ ਜਾਗਦੀ ਹੈ। ਕਰ ਸਕਦਾ ਉਹ ਕੰਮ ਮੇਰਾ। ਤੁਸੀਂ ਜਿਤਨੇ ਵੀ ਭਗਤ ਨੇ, ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਨੇ, ਭਗਤ ਕਬੀਰ ਸਾਹਿਬ ਨੇ, ਭਗਤ ਧੰਨਾ ਜੀ ਨੇ, ਭਗਤ ਸਦਨਾ ਜੀ ਨੇ, ਭਗਤ ਸੈਣ ਜੀ ਨੇ, ਇਹ ਸਾਰੇ ਭਗਤਾਂ ਨੂੰ ਤੁਸੀਂ ਧਿਆਨ ਨਾਲ ਤੱਕੋ। ਇਹ ਗਰੀਬੀ ਵਿੱਚ ਜਨਮ ਲਿਆ, ਕਿਉਂਕਿ ਪਦਾਰਥਾਂ ਦੀ ਥੁੜ ਜਿਹੜੀ ਹੈ ਉਹ ਕਈ ਵਾਰੀ ਅੰਦਰ ਇੱਕ ਪ੍ਰਭੂ ਦੇ ਨਾਮ ਦੇ ਜਪਣ ਦੀ ਚਿੰਗਾਰੀ ਪੈਦਾ ਕਰ ਦਿੰਦੀ ਹੈ। ਔਰ ਜਿਨ੍ਹਾਂ ਕੋਲ ਦੁਨਿਆਵੀ ਪਦਾਰਥ ਨੇ, ਧਨ ਦੌਲਤ ਹੈ, ਉਹ ਮਗਰੂਰ ਰਹਿੰਦੇ ਨੇ ਆਪਣੇ ਉਹਨਾਂ ਪਦਾਰਥਾਂ ਵਿੱਚ। ਸਾਨੂੰ ਕਿਸੇ ਦੀ ਕੀ ਲੋੜ ਹੈ, ਸਾਡੇ ਕੋਲ ਧਨ ਹੈਗਾ। ਔਰ ਇਹ ਖਿਆਲ ਜੀਵਨ ਵਿੱਚ ਕਰ ਲੈਣਾ, ਜਿੰਨਾ ਚਿਰ ਇੱਕ ਧਨਵਾਨ ਮਨੁੱਖ ਨੂੰ ਇਹ ਸੋਝੀ ਨਾ ਆ ਜਾਏ, ਜਾਂ ਇਹ ਦੇਖ ਲਵੇ ਕਿ ਇਹ ਜਿਹੜੇ ਧਨ ਪਦਾਰਥ ਨੇ, ਇਹਨਾਂ ਧਨ ਨਹੀਂ ਹੋਣੇ। ਕਦੀ ਕਦੀ ਕੋਈ ਧਨਵਾਨ ਮਨੁੱਖ ਬੰਦਗੀ ਵਾਲੇ ਪਾਸੇ ਤੁਰਦਾ, ਪਰ ਐਸਾ ਸਮਝਣਾ ਔਰ ਜੀਵਨ ਵਿੱਚ ਐਸਾ ਹੀ ਗੱਲ ਹਿਰਦੇ ਵਿੱਚ ਵਸ ਜਾਣੀ ਕਿ ਇਹ ਧਨ ਹਰ ਥਾਂ ਤੇ ਕੰਮ ਨਹੀਂ ਆਉਂਦਾ। ਨਹੀਂ, ਮਨੁੱਖ ਇਸ ਗੱਲ ਦਾ ਗਰੂਰ ਕਰਦਾ ਹੈ, ਅਹੰਕਾਰ ਕਰਦਾ ਹੈ ਕਿ ਮੇਰੇ ਕੋਲ ਧਨ ਹੈਗਾ, ਇਸ ਕਰਕੇ ਉਹ ਬੰਦਗੀ ਨਹੀਂ ਕਰਦਾ। ਪਰ ਇੱਕ ਦੇ ਕੋਲ ਜਦੋਂ ਪਦਾਰਥਾਂ ਦੀ ਘਾਟ ਹੈ, ਤੇ ਫਿਰ ਉਹ ਕੀ ਕਰਦਾ ਹੈ, ਆਪਣੇ ਜੀਵਨ ਨੂੰ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲਾਉਂਦਾ ਹੈ, ਪ੍ਰਭੂ ਦੀ ਯਾਦ ਵਿੱਚ, ਤੇ ਉਹ ਗਰੀਬ ਇੱਕ ਦਿਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਉਣ ਤੋਂ ਬਚ ਜਾਂਦਾ ਹੈ। ਪਰ ਜਿਹੜਾ ਧਨ ਆਸਰਿਤ ਰਹਿੰਦਾ ਹੈ, ਤੇ ਉਸ ਨੂੰ ਫਿਰ ਉੱਥੇ ਚੋਟਾਂ ਖਾਣੀਆਂ ਪੈਂਦੀਆਂ ਹਨ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ, ਅੱਗੇ ਗਏ ਸਿਆਪ ਸਨ। ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਹੈ, ਔਰ ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪਦੰਡ ਇਹ ਅੱਗੇ ਗਏ ਸਿਆਪ ਸਨ। ਅੱਗੇ ਜਾ ਕੇ ਅਮਲਾਂ ਦੀ ਪਹਿਚਾਣ ਹੋਵੇਗੀ, ਪਹਿਚਾਣਿਆ ਜਾਵੇਗਾ, ਪਹਿਚਾਣੇ ਜਾਣਗੇ ਵੀ ਸਾਡੇ ਅਮਲ ਕਿੱਦਾਂ ਦੇ ਨੇ। ਤੇ ਚੋਟਾ ਖਾਸੀ ਕੌਣ, ਸਾਡੇ ਅਮਲਾਂ ਦੀ ਪਹਿਚਾਣ ਹੋਵੇਗੀ, ਤੇ ਮਾਰ ਕਿਸ ਨੂੰ ਪੈਂਦੀ ਹੈ, ਅਮਲਾਂ ਦੇ ਮੁਤਾਬਿਕ ਪੈਣੀ ਹੈ। ਆਓ ਕਿ ਜਿਸ ਨੇ ਸੰਸਾਰ ਇਹ ਪਦਾਰਥਾਂ ਦਾ ਮਾਨ ਛੱਡ, ਜਿਹਦੇ ਕੋਲ ਹੈ ਹੀ ਨਹੀਂ ਸਨ, ਉਹਦੇ ਅੰਦਰ ਇੱਕ ਧਰਮ ਦੀ ਚਿੰਗਾਰੀ ਪੈਦਾ ਹੋਈ। ਇਸ ਕਰਕੇ ਉਹ ਬੰਦਗੀ ਵਾਲੇ ਪਾਸੇ ਅਕਸਰ ਉੱਠ ਪੈਂਦਾ ਹੈ।
ਪਰ ਜਿਸ ਨੂੰ ਧਨ ਦਾ ਅਭਿਮਾਨ ਹੈ, ਬੜਾ ਮੁਸ਼ਕਿਲ ਹੈ ਕਿ ਉਹ ਧਰਮ ਕਮਾਵੇ। ਜਿਸ ਨੂੰ ਪਰਿਵਾਰ ਦੇ ਉੱਤੇ ਮਾਣ ਹੈ, ਉਹ ਮੁਸ਼ਕਿਲ ਹੈ ਪਰਮਾਤਮਾ ਦੇ ਰਸਤੇ ਦੇ ਤੁਰੇ। ਜਿਹਨੂੰ ਸੰਸਾਰ ਦੇ ਉੱਤੇ ਮਾਣ ਹੈ, ਬੜਾ ਔਖਾ ਹੈ ਕਿ ਉਹ ਨਿਰੰਕਾਰ ਦੇ ਰਸਤੇ ਤੇ ਤੁਰਿਆ ਹੀ ਨਹੀਂ ਜਾਂਦਾ। ਪਰ ਇਹ ਗੱਲ ਪੱਕੀ ਹੈ ਕਿ ਉੱਥੇ ਜਾ ਕੇ ਹੀ ਪਤਾ ਚੱਲਦਾ ਹੈ, ਜਦੋਂ ਅਮਲਾਂ ਦੇ ਉੱਤੇ, ਕਿਉਂਕਿ ਉੱਥੇ ਨਿਵੇੜਾ ਹੁੰਦਾ ਹੈ, ਦੁਨੀਆ ਵਿੱਚ ਕੀਤੇ ਹੋਏ ਅਮਲ ਉੱਥੇ ਪਰਖੇ ਜਾਂਦੇ ਹਨ ਔਰ ਕੀਤੇ ਹੋਏ ਅਮਲਾਂ ਦੇ ਮੁਤਾਬਕ ਮਾਰ ਪੈਂਦੀ ਹੈ। ਆਓ ਕਿ ਅਮਲ ਚੰਗੇ ਹੋਣਗੇ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਛੁਟਕਾਰਾ ਹੋਵੇਗਾ। ਕਿਉਂਕਿ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ, ਉੱਥੇ ਵੀ ਗੁਰੂ ਸਾਹਿਬ ਜੀ ਨੇ ਇੱਕ ਗੱਲ ਸਾਨੂੰ ਸਮਝਾਈ ਔਰ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਸੰਸਾਰ ਦੇ ਵਿੱਚ ਇਤਨਾ ਕੁਝ ਤੇਰੇ ਕੋਲ ਪਰਮਾਤਮਾ ਨੇ ਤੈਨੂੰ ਦਿੱਤਾ ਹੈ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੇ ਧਰਮਸਾਲ। ਜਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਔਰ ਸਾਧੂ ਕਹਿੰਦੇ ਨੇ, ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਤੂੰ ਸੰਸਾਰ ਦੇ ਵਿੱਚ ਰਹਿੰਦਿਆਂ ਕੱਚ ਪਕਾਈ, ਇਹ ਵਿਸਗੰਦਲਾਂ ਹੀ ਇਕੱਠੀਆਂ ਕੀਤੀਆਂ, ਵਿਕਾਰ ਹੀ ਭੋਗੇ ਨੇ। ਚਾਹਨਾਂ ਵਿਕਾਰਾਂ ਚੋਂ ਬਚ ਪ੍ਰਭੂ ਦਾ ਨਾਮ ਵੀ ਇਕੱਠਾ ਕੀਤਾ ਹੈ। ਪਾਪਾਂ ਵਿੱਚ ਹੀ ਗਲਤਾਨ ਰਿਹਾ ਜਾਂ ਕਦੇ ਪਰਮਾਤਮਾ ਦਾ ਨਾਮ ਵੀ ਜਪਿਆ, ਇਹ ਤੇ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗੇਗਾ। ਇਸ ਕਰਕੇ ਮਨੁੱਖੀ ਜੀਵਨ ਦਾ ਮਿਆਰ ਇਹ ਨਹੀਂ ਕਿ ਧਨ ਕਿਤਨਾ ਇਕੱਠਾ ਕਰ ਲਿਆ, ਇਸ ਦੇ ਨਾਲ ਉੱਥੇ ਕੋਈ ਵਾਸਤਾ ਨਹੀਂ। ਕਿਉਂਕਿ ਸੰਸਾਰ ਭਾਵੇਂ ਆਖੇਗਾ ਕਿ ਕੌਣ ਵੱਡਾ ਮਾਇਆ ਵਡਿਆਈ, ਪਰ ਸਤਿਗੁਰ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵ ਲਾਈ। ਉਹ ਵੱਡਾ ਜਿਸ ਨੇ ਪ੍ਰਭੂ ਦੇ ਨਾਮ ਦੇ ਵਿੱਚ ਚਿੱਤ ਜੋੜ ਲਿਆ। ਉਸ ਨੂੰ ਸਤਿਗੁਰ ਇਸ ਤਰ੍ਹਾਂ ਕਹਿੰਦੇ ਨੇ, ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰਪੂਰੈ ਹਰ ਤਨ ਪ੍ਰਕਾਸ਼ਿਆ, ਹਰ ਕਿਰਪਾ ਤੇ ਵਸੈ ਮਨ ਆਏ। ਧਨਵਾਨ ਨੇ ਉਹ ਜਿਹੜੇ ਨਾਮ ਦੇ ਵਿੱਚ ਮਨ ਜੋੜਦੇ ਹਨ। ਔਰ ਨਾਮ ਦੇ ਵਿੱਚ ਮਨ ਕੌਣ ਜੋੜਦਾ ਹੈ? ਜਦੋਂ ਇਸ ਸੰਸਾਰ ਦਾ ਮਾਣ ਮੁੱਕ ਜਾਂਦਾ ਹੈ, ਤਨ ਦਾ ਮਾਣ ਮੁੱਕ ਜਾਂਦਾ ਹੈ, ਇਹਨਾਂ ਵਿਸਗੰਦਲਾਂ ਦਾ ਮਾਣ ਮੁੱਕ ਜਾਂਦਾ ਹੈ ਕਿ ਹਰ ਥਾਂ ਤੇ ਇਹ ਧਨ ਨੇ ਮੇਰਾ ਸਾਥ ਨਹੀਂ ਦੇਣਾ। ਔਰ ਸੱਚੀ ਗੱਲ ਹੈ ਪਿਆਰਿਓ ਕਿ ਇਹ ਧਨ ਹਰ ਥਾਂ ਤੇ ਮਨੁੱਖ ਦਾ ਸਾਥ ਨਹੀਂ ਦਿੰਦਾ। ਧਨ ਬਹੁਤ ਕੁਝ ਹੈ, ਪਰ ਇਹ ਜੀਵਨ 'ਚ ਪੱਕਾ ਕਰ ਲੈਣਾ ਸਭ ਕੁਝ ਨਹੀਂ ਹੈ। ਬਹੁਤ ਕੁਝ ਹੈ। ਜੇ ਕਿਤੇ ਸਭ ਕੁਝ ਹੁੰਦਾ ਤੇ ਕਿਸ ਨੇ ਰੱਬ ਨੂੰ ਯਾਦ ਕਰਨਾ ਸੀ? ਪਰ ਮਨੁੱਖ ਦਾ ਜਦੋਂ ਧਨ ਵੀ ਸਾਥ ਛੱਡ ਦਿੰਦਾ ਹੈ, ਪਰ ਜਦੋਂ ਇਹ ਸਮਝ ਆ ਜਾਂਦੀ ਕਿ ਧਨ ਸਭ ਕੁਝ ਨਹੀਂ ਹੈ, ਧਨ ਸਭ ਕੁਝ ਨਹੀਂ ਕਰ ਸਕਦਾ, ਉਸ ਦਿਨ ਕੋਈ ਅਮੀਰ ਮਨੁੱਖ ਵੀ ਬੰਦਗੀ ਦੇ ਰਸਤੇ ਤੇ ਤੁਰਦਾ ਜਦੋਂ ਉਹ ਆਪਣੀ ਕੰਗਾਲਤਾ ਦੇਖਦਾ ਹੈ। ਔਰ ਧਨੀ ਹੋਣ ਦਾ ਇੱਕ ਫਾਇਦਾ ਹੈ, ਕੋਈ ਧਨਵਾਨ ਹੋਵੇ ਉਸਦਾ ਇੱਕ ਲਾਭ ਹੈ ਕਿ ਮਨੁੱਖ ਨੂੰ ਆਪਣੀ ਕੰਗਾਲਤਾ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਮੈਂ ਕੁਛ ਵੀ ਨਹੀਂ ਹਾਂ, ਮੈਂ ਕੁਛ ਵੀ ਨਹੀਂ ਹਾਂ। ਗਿਆਨਵਾਨ ਹੋਣ ਦਾ ਇੱਕ ਲਾਭ ਹੈ ਕਿ ਮਨੁੱਖ ਨੂੰ ਆਪਣੀ ਅਗਿਆਨਤਾ ਨਜ਼ਰ ਆਉਣ ਲੱਗ ਪੈਂਦੀ ਹੈ। ਔਰ ਜੇ ਐਸਾ ਨਹੀਂ, ਫਿਰ ਧਨ ਦਾ ਵੀ ਅਹੰਕਾਰ ਹੋਏਗਾ, ਗਿਆਨ ਦਾ ਵੀ ਅਹੰਕਾਰ ਹੋਏਗਾ। ਬਹੁਤਾ ਧਨ ਇਕੱਠਾ ਕਰਨ ਦਾ ਇਤਨਾ ਹੀ ਲਾਭ ਹੈ ਕਿ ਅੰਦਰ ਦੀ ਕੰਗਾਲਤਾ ਨਜ਼ਰ ਆਉਣ ਲੱਗ ਪੈਂਦੀ ਹੈ। ਔਰੰਗਜ਼ੇਬ ਬਾਗ 'ਚ ਬੈਠਿਆ ਸੀ, ਬਹੁਤ ਵੱਡਾ ਬਾਦਸ਼ਾਹ। ਔਰੰਗਜ਼ੇਬ ਨੇ ਇਤਨਾ ਕੁਝ ਸੰਸਾਰ ਦੇ ਵਿੱਚ ਆਪਣੇ ਰਾਜਪਾਲ ਦੇ ਦੌਰਾਨ ਰਾਗ ਬੰਦ ਕਰਾਇਆ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਸਮਾਜ ਦੇ ਵਿੱਚੋਂ ਉਹਨੇ ਆਮ ਲੋਕਾਂ ਵਾਸਤੇ ਬੰਦ ਕਰ ਦਿੱਤੀਆਂ। ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਕਿਰਪਾਨ ਨਹੀਂ ਰੱਖ ਸਕਦਾ ਔਰ ਕੋਈ ਰਾਗ ਨਹੀਂ ਗਾ ਸਕਦਾ। ਇਹ ਗੁਰੂ ਨਾਨਕ ਦਾ ਘਰ ਸੀ। ਜਦੋਂ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਘੋੜੇ ਤੇ ਵੀ ਸਵਾਰੀ ਕੀਤੀ, ਦਸਤਾਰ ਵੀ ਸਜਾਈ, ਕਿਰਪਾਨ ਵੀ ਪਹਿਨੀ ਅਤੇ ਸਿੱਖਾਂ ਨੂੰ ਇਹ ਹੁਕਮ ਵੀ ਕੀਤਾ। ਔਰ ਇੱਥੇ ਹੀ ਬਸ ਨਹੀਂ
ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਔਰੰਗਜ਼ੇਬ ਦੇ ਕਹਿਣ ਤੋਂ ਬਾਅਦ ਰਾਗ ਦੀ ਮਨਾਹੀ ਕਰਨ ਤੋਂ ਬਾਅਦ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਚਾਰਨ ਕੀਤਾ। ਇਹ ਘਰ ਕਿਸੇ ਦਾ ਗੁਲਾਮ ਨਹੀਂ। ਖੈਰ ਮੈਂ ਅਰਜ਼ ਕਰਾਂ, ਔਰੰਗਜ਼ੇਬ ਬਾਦਸ਼ਾਹ ਇੱਕ ਦਿਨ ਬਾਗ ਦੇ ਵਿੱਚ ਬੈਠਾ ਹੈ ਔਰ ਕਾਂ ਨੇ ਬਿੱਟ ਕਰ ਦਿੱਤੀ ਹੈ। ਇਸ ਦੀ ਪੁੱਤਰੀ ਜੀਵਨ ਨਸਾ ਖਿੜਖਿੜਾ ਕੇ ਹੱਸੀ। ਬੜਾ ਗੁੱਸਾ ਚੜਿਆ ਔਰੰਗਜ਼ੇਬ ਬਾਦਸ਼ਾਹ ਨੂੰ। ਕਿਉਂ ਹੱਸੀ ਕਿ ਇਤਨਾ ਧਨਵਾਨ ਹੋਣ ਤੋਂ ਬਾਅਦ, ਇਤਨਾ ਰਾਜਪਾਟ ਹੋਣ ਤੋਂ ਬਾਅਦ ਇੱਕ ਕਾਂ ਨੇ ਬਿੱਟ ਕਰ ਦਿੱਤੀ ਹੈ। ਇਹ ਕਾਨੂੰਨ ਨਹੀਂ ਰੋਕ ਸਕਿਆ। ਇੱਕ ਦਿਨ ਫਿਰ ਜੀਵਨ ਨਸ਼ਾ ਸਾਹਮਣੇ ਖਲੋਤੀ ਹੈ। ਬਾਗ ਦੇ ਵਿੱਚ ਔਰੰਗਜ਼ੇਬ ਵਿਚਰ ਰਿਹਾ, ਰਾਗ ਦੀ ਮਨਾਹੀ ਕੀਤੀ ਹੈ। ਬਾਗ ਦੇ ਅੰਦਰ ਕੋਇਲ ਬੋਲ ਰਹੀ ਹੈ, ਹੱਸਦੀ ਹੈ। ਲੋਕਾਂ ਨੂੰ ਰਾਗ ਗਾਉਣ ਪਰ ਤੇਰੀ ਇਤਨੀ ਵੀ ਸਕੇ ਤਨ ਇਤਨਾ ਰਾਜਪਾਟ ਇਤਨਾ ਸੰਸਾਰ ਦੇ ਵਿੱਚ ਇਹ ਧਨ ਜੇ ਕਿਤੇ ਸਮਝ ਆ ਜਾਏ, ਅੰਦਰ ਦੀ ਕੰਗਾਲਤਾ ਨਜ਼ਰ ਆ ਜਾਏ, ਫਿਰ ਬਹੁਤਾ ਧਨ ਹੋਣ ਦਾ ਇੱਕ ਲਾਭ ਹੈ ਕਿ ਸਮਝ ਆਵੇ ਮੈਂ ਅੰਦਰੋਂ ਕੰਗਾਲ ਹਾਂ, ਨਿਰਧਨ ਹਾਂ, ਮੇਰੇ ਕੋਲ ਨਾਮ ਨਹੀਂ ਹੈ, ਮੇਰੇ ਕੋਲ ਬੰਦਗੀ ਨਹੀਂ ਹੈ। ਗਿਆਨਵਾਨ ਹੋਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਅਗਿਆਨਤਾ ਨਜ਼ਰ ਆ ਜਾਏ ਕਿ ਅੰਦਰ ਮੈਂ ਰੱਬ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਔਰ ਜਦੋਂ ਐਸਾ ਹੁੰਦਾ ਹੈ, ਆਪਣੇ ਅੰਦਰ ਦੀ ਅਗਿਆਨਤਾ ਨਜ਼ਰ ਆਉਂਦੀ ਹੈ, ਆਪਣੇ ਅੰਦਰ ਦੀ ਕੰਗਾਲਤਾ ਨਜ਼ਰ ਆਉਂਦੀ ਹੈ, ਉਸ ਅਵਸਥਾ ਵਿੱਚ ਕੋਈ ਫਿਰ ਬੰਦਗੀ ਦੇ ਰਸਤੇ ਤੇ ਤੁਰਦਾ ਹੈ। ਔਰ ਜਿਹੜਾ ਬੰਦਗੀ ਕਰੇਗਾ ਉਸ ਪਰਮਾਤਮਾ ਦੀ ਦਰਗਾਹ ਵਿੱਚ ਮਾਰ ਪੈਣ ਤੋਂ ਉਹ ਬਚ ਜਾਵੇਗਾ। ਉਸ ਦੇ ਉੱਤੇ ਤੇ ਫਿਰ ਐਸੀ ਕਿਰਪਾ ਹੋਏਗੀ, ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਖਦੇਵ। ਉੱਥੇ ਫਿਰ ਰੇ ਰੇ ਨਹੀਂ ਕਿਸੇ ਨੇ ਕਰਨੀ, ਆਦਰ ਮਿਲੇਗਾ, सम्मान ਮਿਲੇਗਾ। ਪਰ ਇਹ ਗੱਲ ਸੱਚੀ ਹੈ, ਜਿਹੜਾ ਬੰਦਗੀ ਤੋਂ ਬਿਨਾਂ ਜਾਏਗਾ ਪਰਮਾਤਮਾ ਦੀ ਦਰਗਾਹ ਵਿੱਚ, ਉਹਦੇ ਅਮਲ ਦੇਖੇ ਜਾਣਗੇ ਔਰ ਅਮਲਾਂ ਦੇ ਉੱਤੇ ਨਿਵੇੜਾ ਹੈ ਔਰ ਅਮਲਾਂ ਦੇ ਮੁਤਾਬਿਕ ਹੀ ਮਾਰ ਪੈਂਦੀ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਗੁਰੂ ਸਾਹਿਬ ਮੱਕੇ ਗਏ ਤੇ ਇੱਕ ਗੱਲ ਪੁੱਛੀ, ਸਾਰੇ ਹਾਜੀ ਇਕੱਠੇ ਹੋ ਗਏ ਔਰ ਕਹਿਣ ਲੱਗੇ, ਬਾਬਾ ਇੱਕ ਗੱਲ ਆਪਣੀ ਕਿਤਾਬ ਵਿੱਚੋਂ ਖੋਲ ਕੇ ਦੱਸ। ਪੁੱਛਣ ਭੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕੌਣ ਵੱਡਾ ਹੈ, ਹਿੰਦੂ ਕਿ ਮੁਸਲਮਾਨ? ਤੇ ਮੇਰੇ ਗੁਰੂ ਨਾਨਕ ਨੇ ਕਿਹਾ ਸੀ ਕਿ ਬਾਬਾ ਆਖੇ ਸਭ ਅਮਲ ਨਹੀਂ, ਕਿਉਂਕਿ ਅਮਲਾਂ ਦਾ ਨਿਵੇੜਾ ਪਰਮਾਤਮਾ ਦੀ ਦਰਗਾਹ ਵਿੱਚ ਹੈ ਤੇ ਸ਼ੁਭ ਅਮਲ ਨਹੀਂ, ਤੇ ਉਸ ਪਰਮਾਤਮਾ ਦੀ ਦਰਗਾਹ ਵਿੱਚ ਮਾਰ ਪੈਣੀ ਪੈਣੀ, ਉੱਥੇ ਕੋਈ ਵੱਡਾ ਨਹੀਂ। ਇੱਥੇ ਜਿਹੜਾ ਮਰਜ਼ੀ ਧਰਮ ਆਪਣੇ ਆਪ ਨੂੰ ਵੱਡਾ ਸਮਝ ਲਵੇ, ਆਪਣੇ ਧਰਮ ਦਾ ਹੰਕਾਰ ਕਰ ਲਵੇ, ਪਰ ਉੱਥੇ ਅਮਲਾਂ ਦੇ ਉੱਤੇ ਨਿਵੇੜਾ। ਜੇ ਅਮਲ ਵੱਡੇ ਨਹੀਂ, ਅਮਲ ਚੰਗੇ ਨਹੀਂ, ਜੀ ਚੰਗਾ ਹੋਵੇ, ਸਿੱਖਿਆਵਾਂ ਜਿਤਨੀਆਂ ਮਰਜ਼ੀ ਚੰਗੀਆਂ ਹੋਣ ਧਰਮ ਦੀਆਂ, ਪਰ ਜੀਵਨ ਵਿੱਚ ਨਹੀਂ ਹਨ, ਤੇ ਕੌਣ ਮਾਰ ਤੋਂ ਬਚਾਏਗਾ? ਮਾਰ ਤੇ ਪੈਣੀ ਹੈ। ਉੱਥੇ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਕਿ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਵਾਹਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੁਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਦਿੱਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਨਾਮ ਚ ਰਤੇ ਗਏ ਉਹ ਬਾਜੀ ਜਿੱਤ ਗਏ, ਤੇ ਜਿਹੜੇ ਠੱਗੀਆਂ ਮਾਰਦੇ ਰਹੇ ਉਹ ਜੀਵਨ ਦੀ ਬਾਜੀ ਹਾਰ ਗਏ। ਉੱਥੇ ਫਿਰ ਉਹਨਾਂ ਨੂੰ ਚਪੇੜਾਂ ਪੈਂਦੀਆਂ ਨੇ, ਉੱਥੇ ਫਿਰ ਉਹਨਾਂ ਨੂੰ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਅੱਗੇ ਕਹਿ ਰਹੇ ਨੇ ਬਾਬਾ ਫਰੀਦ ਜੀ, ਪਾਸ ਦਮਾਮੇ ਛੱਤ ਸਿਰ, ਪਹਿਰੀ ਛੱਡੋ ਰੱਡ। ਆਖਣ ਲੱਗੇ ਬਾਬਾ ਫਰੀਦ ਜੀ, ਇਹਨਾਂ ਵਿਸ ਗੰਦਲਾਂ ਦਾ ਕੀ ਮਾਣ, ਆਓ ਇਹਨਾਂ ਦਾ ਮਾਣ ਨਹੀਂ ਕਰਨਾ ਚਾਹੀਦਾ, ਸੈਂਸਾਈ ਠਾਠ ਬਾੜ ਦਾ, ਸੰਸਾਰ ਦੇ ਇਹਨਾਂ ਪਦਾਰਥਾਂ ਦਾ। ਆਖਣ ਲੱਗੇ, ਜਿਨ੍ਹਾਂ ਲੋਕਾਂ ਦੇ ਪਾਸ ਧੌਂਸੇ ਵੱਜਦੇ ਸਨ, ਪਾਸ ਦਮਾਮੇ, ਪਾਸ ਦਾ ਅਰਥ ਹੈ ਜਿਨ੍ਹਾਂ ਮਨੁੱਖਾਂ ਦੇ ਕੋਲ ਪਾਸ, ਦਮਾਮੇ ਦਾ ਅਰਥ ਹੈ ਧੌਂਸੇ, ਧੌਂਸੇ ਵੱਜਦੇ ਸਨ। ਛੱਤ ਸਿਰ, ਜਿਨ੍ਹਾਂ ਦੇ ਸਿਰ ਉੱਤੇ ਛੱਤਰ ਝੁਲਦੇ ਸਨ। ਪਹਿਰੀ ਛੱਡੋ ਰੱਡ, ਪਹਿਰੀ ਕਹਿੰਦੇ ਨੇ ਤੂਤੀਆਂ ਵੱਜਦੀਆਂ ਸਨ, ਤੇ ਛੱਡੋ ਰੱਡ ਦਾ ਅਰਥ ਹੈ ਉਸਤਤੀ ਦੇ ਛੰਤ ਜਿਹੜੇ ਸਨ ਉਹ ਇੱਕ ਗਾਏ ਜਾਂਦੇ ਸਨ।
ਲੋਕ ਉਸਤਤੀ ਕਰਦੇ ਸਨ, ਸਿਫਤ ਸਲਾਹ ਕਰਦੇ ਸਨ, ਜੈ ਜੈਕਾਰ ਕਰਦੇ ਸਨ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਹਾਲਤ ਇਹ ਹੋ ਗਈ, ਜਾਏ ਸੁਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਆਖਣ ਲੱਗੇ ਉਹ ਵੀ ਆਖਿਰ ਮਸਾਨਾਂ ਵਿੱਚ ਜਾ ਸੁੱਤੇ। ਇਤਨੀ ਜੈ ਜੈਕਾਰ ਸੀ ਸੰਸਾਰ ਦੇ ਵਿੱਚ, ਇਤਨੀ ਜੈ ਜੈਕਾਰ ਸੀ ਸੰਸਾਰ ਦੇ ਵਿੱਚ। ਅੰਤ ਕੀ ਹੋਇਆ ਕਿ ਤੋਸੇ ਵੀ ਵੱਜਦੇ ਸਨ, ਛੱਤਰ ਵੀ ਝੁਲਦੇ ਸਨ, ਤੂਤੀਆਂ ਵੀ ਵੱਜਦੀਆਂ ਸਨ, ਉਸਤਤੀ ਦੇ ਛੰਤ ਗੀਤ ਗਾਏ ਜਾਂਦੇ ਸਨ। ਢਾਡੀ ਲੋਕ ਉਹਨਾਂ ਦੀਆਂ ਉਸਤਤਾਂ ਕਰਦੇ ਸਨ। ਪਰ ਕਹਿੰਦੇ ਜਦੋਂ ਮੌਤ ਦਾ ਸੱਦਾ ਆਇਆ ਫਿਰ ਕੀ ਹੋਇਆ, ਜਾਏ ਸੁੱਤੇ ਜਿਰਾਣ ਮੈਂ। ਉਹ ਵੀ ਆਖਿਰ ਮਸਾਨਾਂ ਵਿੱਚ ਜਾ ਸੁੱਤੇ। ਥੀਏ ਅਤੀਮਾ ਗੰਢ, ਤੇ ਯਤੀਮ ਨਾਲ ਜਾ ਰਹੇ ਪਾਓ, ਯਤੀਮਾਂ ਵਰਗੇ ਹੀ ਹੋ ਗਏ। ਕਿਉਂਕਿ ਮੌਤ ਜਦੋਂ ਸਿਰ ਤੇ ਆ ਜਾਂਦੀ ਹੈ ਔਰ ਜਦੋਂ ਸੰਸਾਰ ਛੱਡ ਕੇ ਜਾਣਾ ਪੈਂਦਾ ਹੈ, ਉਸ ਤੋਂ ਬਾਅਦ ਸ਼ਮਸ਼ਾਨ ਭੂਮੀ ਵਿੱਚ ਸਭ ਬਰਾਬਰ ਹੋ ਜਾਂਦੇ ਨੇ। ਇਸ ਕਰਕੇ ਉਹਦਾ ਨਾਮ ਹੀ ਸ਼ਮਸ਼ਾਨ ਰੱਖਿਆ। ਸ਼ਾਨ ਦਾ ਅਰਥ ਹੁੰਦਾ ਇੱਜ਼ਤ, ਸਮ ਦਾ ਅਰਥ ਹੁੰਦਾ ਬਰਾਬਰ। ਜਿੱਥੇ ਕਿ ਸਾਰਿਆਂ ਦੀ ਇੱਜ਼ਤ ਬਰਾਬਰ ਹੋ ਜਾਏ ਉਹ ਸ਼ਮਸ਼ਾਨ ਭੂਮੀ ਹੈ। ਗਰੀਬ ਤੇ ਅਮੀਰ ਸ਼ਮਸ਼ਾਨ ਭੂਮੀ ਵਿੱਚ ਇੱਕ ਸਮਾਨ। ਉੱਥੇ ਸਾਰੇ ਮਿੱਟੀ ਦੇ ਢੇਰ ਹੀ ਨੇ। ਜਿਤਨਾ ਮਰਜ਼ੀ ਸੰਸਾਰ ਦੇ ਵਿੱਚ ਕੋਈ ਅਮੀਰ ਹੋਵੇ, ਆਖਿਰ ਉੱਥੇ ਸਾਰਿਆਂ ਨੂੰ ਜਾਣਾ ਪੈਂਦਾ ਔਰ ਸਾਰਿਆਂ ਨੇ ਮਿੱਟੀ ਦੀ ਢੇਰੀ ਹੋਣਾ। ਔਰ ਜਿਹੜੇ ਸੰਸਾਰ ਤੋਂ ਯਤੀਮ ਗਏ, ਜਿਨ੍ਹਾਂ ਦੇ ਕੋਲ ਬਹੁਤੇ ਪਦਾਰਥ ਨਹੀਂ ਸਨ, ਜਿਨ੍ਹਾਂ ਦੇ ਸੋਹਿਲੇ ਨਹੀਂ ਗਾਏ ਜਾਂਦੇ ਸਨ, ਉਹਨਾਂ ਦੇ ਵਿੱਚ ਜਾ ਕੇ ਰਲ ਗਏ। ਇੱਕ ਇੱਥੇ ਬਸਰ ਤੇ ਮੈਂ ਬੇਨਤੀ ਕਰਾਂ ਕਿ ਮਨੁੱਖ ਸਰੀਰ ਕਰਕੇ ਤੇ ਸ਼ਮਸ਼ਾਨ ਘਾਟ ਜਾਏਗਾ। ਔਰ ਵੱਡੇ ਵੱਡੇ ਚਲੇ ਗਏ ਨੇ। ਬਾਬਾ ਫਰੀਦ ਜੀ ਨੇ ਵੀ ਜ਼ਿਕਰਾ ਕੀਤਾ, ਜਿੰਮੀ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਇੱਕ ਦਿਨਾਂ ਕਹਿੰਦੇ ਨੇ ਬਾਬਾ ਫਰੀਦ ਜੀ ਲਿਖਦੇ ਆਪਣੀ ਬਾਣੀ ਵਿੱਚ, ਕਹਿੰਦੇ ਧਰਤੀ ਤੇ ਅਸਮਾਨ ਦੀਆਂ ਗੱਲਾਂ ਚੱਲ ਰਹੀਆਂ ਸਨ। ਅਸਮਾਨ ਧਰਤੀ ਨੂੰ ਪੁੱਛਦਾ ਹੈ, ਧਰਤੀਏ ਤੇਰੇ ਉੱਤੇ ਬੜੇ ਬੜੇ ਵੱਡੇ ਲੋਕ ਆਏ ਜਿਨ੍ਹਾਂ ਦੀ ਬੜੀ ਜੈ ਜੈਕਾਰ ਸੀ ਸੰਸਾਰ ਦੇ ਵਿੱਚ। ਬੜੀਆਂ ਵਿਸਗੰਦਲਾਂ ਦੇ ਮਾਲਕ, ਦੁਨੀਆਵੀ ਪਦਾਰਥਾਂ ਦੇ ਅੰਬਾਰ ਲੱਗੇ ਹੋਏ, ਆਪਣੇ ਆਪ ਨੂੰ ਨਾਡੂ ਖਾਂ ਆਖਦੇ ਸਨ, ਬੜੇ ਅਮੀਰ ਆਖਦੇ ਸਨ। ਕਹਿੰਦੇ ਜਿੰਮੀ ਪੁੱਛੈ ਅਸਮਾਨ, ਜਿੰਮੀ ਦਾ ਅਰਥ ਜ਼ਮੀਨ ਨੂੰ ਪੁੱਛਦਾ ਅਸਮਾਨ, ਫਰੀਦਾ ਖੇਵਟ ਕਿਨ ਗਏ। ਇਹ ਧਰਤੀਏ ਜਿਹੜੇ ਕਿ ਆਪਣੇ ਆਪ ਨੂੰ ਨਾਡੂ ਖਾਂ ਕਹਿੰਦੇ ਸਨ, ਕਿੱਥੇ ਚਲੇ ਗਏ? ਦੱਸਦੇ ਸਹੀ, ਕੋਈ ਖਬਰ ਤਾਂ ਦੇ ਮੈਨੂੰ। ਅਸਮਾਨ ਕਹਿੰਦਾ ਕੋਈ ਖਬਰ ਹੋਏ ਤੇਰੇ ਕੋਲ। ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਆਖਦੇ ਸਨ। ਜਿੰਮੀ ਪੁੱਛੇ ਅਸਮਾਨ ਫਰੀਦਾ ਕੇਵਟ ਕਿਨ ਗਏ। ਤੇ ਧਰਤੀ ਪਤਾ ਕੀ ਕਹਿੰਦੀ, ਜਾਲਨ ਗੋਰਾ ਨਾਲ। ਇਹ ਗੋਰਾਂ ਵਿੱਚ ਜਲ ਗਏ ਨੇ, ਕੁਝ ਦਫਨਾਏ ਗਏ ਨੇ ਸ਼ਮਸ਼ਾਨ ਭੂਮੀ ਵਿੱਚ, ਕੁਝ ਸੜ ਗਏ ਨੇ ਤੇ ਕੁਝ ਨੂੰ ਕਬਰਾਂ ਵਿੱਚ ਦਫਨਾ ਦਿੱਤਾ ਹੈ। ਔਰ ਸੱਚਾਈ ਇਹ ਹੈ, ਸਰੀਰ ਦੀ ਯਾਤਰਾ ਸ਼ਮਸ਼ਾਨ ਘਾਟ ਹੈ, ਸਰੀਰ ਦੀ ਯਾਤਰਾ ਕਬਰਾਂ ਤੱਕ ਹੈ। ਪਰ ਜਿਹੜਾ ਇਹ ਜਿੰਦ ਹੈ ਨਾ, ਇਹ ਜਿੰਦ ਦੇ ਅੱਗੇ ਲਿਖੇ ਹੋਣੇ ਨੇ, ਜਾਲਨ ਗੋਰਾ ਨਾਲ ਉਲਾਂਬੇ ਜੀ ਸਹਿ। ਜੀ ਨੂੰ ਉੱਥੇ ਉਲਾਂਬੇ ਜਿਹੜੇ ਨੇ ਉਹ ਸਹਿਣੇ ਪੈਂਦੇ ਨੇ, ਕਿਉਂਕਿ ਉੱਥੇ ਅਮਲਾਂ ਦੇ ਉੱਤੇ ਨਿਵੇੜਾ, ਇਸ ਕਰਕੇ ਸਾਰਾ ਕੁਝ ਸਹਿਣਾ ਪੈਂਦਾ। ਸੰਸਾਰ ਦੇ ਵਿੱਚ ਭਾਵੇਂ ਜਿਤਨੇ ਮਰਜ਼ੀ ਪਦਾਰਥ ਹੋਣ, ਪਰ ਇੱਕ ਅਮੀਰ ਨੇ ਵੀ ਦੁਨੀਆ ਦਾ ਜਿਤਨਾ ਮਰਜ਼ੀ ਪਦਾਰਥ ਇਕੱਠੇ ਕਰ ਲਈਏ, ਜਾਨਾ ਆਖਿਰ ਜਿਹੜਾ ਉਹ ਸ਼ਮਸ਼ਾਨ ਭੂਮੀ ਹੀ ਹੈ ਔਰ ਸਭ ਕੁਝ ਛੱਡ ਜਾਣਾ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਆਖਦੇ ਨੇ, ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾਹਾ ਕਰਤ ਵਿਹਾਨੀ ਅਬਦੈ ਤਾਮੈ ਸੰਤੋਖ ਨਾ ਪਾਇਆ। ਹਸਤ ਰਥ ਅਸਬ ਪਵਨ ਤੇਜ, ਧਨੀ ਭੂਮਨ ਚਤਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛਬੈ, ਊਠ ਸਿਧਾਇਓ ਨਾਂਗਾ। ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈ, ਯਤੀਮਾਂ ਦੀ ਤਰ੍ਹਾਂ ਹੀ ਚਲੇ ਜਾਣਾ ਪੈਣਾ ਹੈ। ਜਿਤਨਾ ਮਰਜ਼ੀ ਕੋਈ ਅਮੀਰ ਹੋਵੇ, ਆਖਿਰ ਉਹ ਸ਼ਮਸ਼ਾਨ ਭੂਮੀ ਵਿੱਚ ਜਾਏਗਾ, ਮੌਤ ਤੋਂ ਬਚ ਨਹੀਂ ਸਕੇਗਾ। ਇਹ ਪਦਾਰਥ ਮੌਤ ਤੋਂ ਮਨੁੱਖ ਨੂੰ ਬਚਾ ਨਹੀਂ ਸਕਣਗੇ, ਜਿਤਨੇ ਮਰਜ਼ੀ ਪਦਾਰਥ ਇਕੱਠੇ ਕਰ ਲਈਏ, ਆਖਿਰਕਾਰ ਜਾਣਾ ਹੀ ਪੈਣਾ ਹੈ।
ਇਹ ਤਾਂ ਯਤੀਮਾਂ ਵਰਗੇ ਹੀ ਹੋ ਜਾਵਾਂਗੇ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੁੰਦਾ। ਕਬਰ ਵਿੱਚ ਪਏ ਮਨੁੱਖ ਦਾ ਵੀ ਕੋਈ ਬਾਤ ਪੁੱਛਣ ਵਾਲਾ ਨਹੀਂ ਹੈ। ਕਬਰ ਵਿੱਚ ਸਭ ਬਰਾਬਰ ਨੇ। ਜਿਵੇਂ ਯਤੀਮ ਦੀ ਕੋਈ ਗੱਲ ਨਹੀਂ ਪੁੱਛਦਾ ਨਾ, ਤੇ ਕਬਰਿਸਤਾਨ ਵਿੱਚ ਪਏ ਮੁਰਦੇ ਦੀ ਵੀ ਕੋਈ ਗੱਲ ਪੁੱਛਣ ਵਾਲਾ ਨਹੀਂ। ਕਿਸੇ ਨੇ ਕੋਈ ਗੱਲ ਨਹੀਂ ਪੁੱਛਣੀ। ਅਗਲੇ ਵਚਨ ਕੀਤੇ ਬਾਬਾ ਜੀ ਨੇ, ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਭੀ ਗਏ। ਹੇ ਫਰੀਦ, ਇਸ ਵਿਸ ਗੰਦਲਾਂ ਦੇ ਵਪਾਰੀ ਵੱਲ ਤੱਕ ਘਰ ਮਹਿਲ ਮਾੜੀਆਂ ਉਸਾਰਨ ਵਾਲੇ ਵੀ ਇਹਨਾਂ ਸਭ ਨੂੰ ਛੱਡ ਕੇ ਚਲੇ ਗਏ। ਜਿਨ੍ਹਾਂ ਨੇ ਬੜਾ ਕੁਝ ਇਕੱਠਾ ਕੀਤਾ, ਜਿਨ੍ਹਾਂ ਨੇ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਜਿਨ੍ਹਾਂ ਨੇ ਡੂੰਘੀਆਂ ਡੂੰਘੀਆਂ ਨੀਹਾਂ ਪੱਟ ਕੇ ਰੱਖੀਆਂ, ਬੜੇ ਪੱਕੇ ਘਰ ਬਣਾਏ, ਬੜੇ ਵੱਡੇ ਵੱਡੇ ਮਹਿਲ ਉਸਾਰ ਲਏ, ਬੜੀ ਵੱਡੀ ਵੱਡੀਆਂ ਕੋਠੀਆਂ ਪਾ ਲਈਆਂ। ਕੀ ਹੋਇਆ? ਸਭ ਕੁਝ ਛੱਡ ਕੇ ਜਾਣਾ ਪਿਆ। ਬਾਬਾ ਫਰੀਦ ਜੀ ਕਹਿੰਦੇ ਨੇ, ਕੋਠੇ ਮੰਡਪ ਮਾੜੀਆਂ ਉਸਾਰਦੇ ਹੀ ਗਏ। ਇਹ ਜਿਹੜੇ ਵਿਸ ਗੰਦਲਾ ਦੇ ਵਪਾਰੀ, ਉਹਨਾਂ ਨੂੰ ਧਿਆਨ ਨਾਲ ਤੱਕ, ਜਿਨ੍ਹਾਂ ਨੇ ਦੁਨਿਆਵੀ ਪਦਾਰਥ ਬਹੁਤ ਇਕੱਠੇ ਕੀਤੇ, ਧਨ ਬਹੁਤ ਇਕੱਠਾ ਕੀਤਾ, ਤੇ ਉਹਨਾਂ ਦੇ ਨਾਲ ਸੁੰਦਰ ਘਰ ਮਹਿਲ ਮਾੜੀਆਂ, ਵੱਡੇ ਵੱਡੇ ਕਿਲੇ ਉਸਾਰੇ ਨੇ। ਕਹਿੰਦੇ ਨੇ ਉਹ ਉਸਾਰਨ ਵਾਲੇ ਵੀ ਇਹਨਾਂ ਨੂੰ ਛੱਡ ਕੇ ਚਲੇ ਗਏ। ਉਸਾਰਨ ਦੇ ਵੀ ਗਏ, ਜਿਹੜੇ ਕਿ ਉਸਾਰਦੇ ਰਹੇ ਜ਼ਿੰਦਗੀ ਭਰ। ਉਸਾਰਨ ਵਾਲੇ ਜਿਹੜੇ ਸਨ ਉਹ ਵੀ ਇਹਨਾਂ ਨੂੰ ਛੱਡ ਕੇ ਚਲੇ ਗਏ। ਔਰ ਇਹ ਸੱਚਾਈ ਹੈ ਕਿ ਇਹ ਮਾਇਆ, ਇਹ ਪਦਾਰਥ, ਇਹ ਧਨ ਨਾਲ ਨਹੀਂ ਜਾਣਗੇ। ਇਸ ਨੂੰ ਇਸ ਤਰ੍ਹਾਂ ਕਹਿ ਲਈਏ, ਖਸਮ ਮਰੇ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਜਦੋਂ ਅਸੀਂ ਮਰਾਂਗੇ ਨਾ, ਮਾਲਕ ਆਮ ਜਿਸ ਮਕਾਨ ਦੇ, ਮਹਿਲ ਦੇ, ਕੋਠੀ ਦੇ, ਧਨ ਦੇ, ਤੇ ਸੱਚ ਜਾਣਨਾ, ਇਸ ਪ੍ਰੋਪਰਟੀ ਨੇ ਸਾਨੂੰ ਬਿਲਕੁਲ ਨਹੀਂ ਜੇ ਰੋਣਾ। ਨਾ ਸੋਨਾ ਘਰ ਵਿੱਚ ਰੱਖਿਆ ਰੋਏਗਾ ਵੀ ਮੇਰਾ ਮਾਲਕ ਚਲਾ ਗਿਆ, ਨਾ ਹੀ ਘਰ ਨੇ ਰੋਣਾ, ਨਾ ਹੀ ਧਨ ਨੇ ਰੋਣਾ, ਨਾ ਕਾਰ ਨੇ ਰੋਣਾ, ਨਾ ਹੋਰ ਕਿਸੇ ਚੀਜ਼, ਜਿਹੜੀ ਚੀਜ਼ ਦੇ ਅਸੀਂ ਮਾਲਕ ਬਣੇ ਹੋਏ ਹਾਂ। ਕੋਈ ਪਲਾਟ ਹੈ, ਕੋਠੀ ਹੈ, ਮਕਾਨ ਹੈ, ਕਿਸੇ ਮਕਾਨ ਨੇ ਅੱਜ ਤੱਕ ਨਹੀਂ ਆਪਣੇ ਮਾਲਕ ਨੂੰ ਰੋਇਆ ਕਿ ਹਾਏ ਜਿਸ ਨੇ ਮੈਨੂੰ ਉਸਾਰਿਆ ਸੀ ਇਹ ਤੇ ਚਲਾ ਗਿਆ। ਜਿਸ ਨੇ ਸੋਨਾ ਇਕੱਠਾ ਕੀਤਾ, ਸੋਨਾ ਅੱਜ ਤੱਕ ਨਹੀਂ ਰੋਇਆ। ਕਿਸੇ ਦੀ ਕਾਰ ਅੱਜ ਤੱਕ ਨਹੀਂ ਰੋਈ, ਮੇਰਾ ਮਾਲਕ ਚਲਾ ਗਿਆ। ਖਸਮ ਮਰੇ ਤੋ ਨਾਰ ਨਾ ਰੋਵੇ। ਨਾਰ ਕਹਿੰਦੇ ਨੇ ਜਿਸ ਦੇ ਅਸੀਂ ਮਾਲਕ ਹਾਂ, ਉਹ ਜਿਹੜੀ ਪ੍ਰੋਪਰਟੀ ਹੈ ਉਹ ਸਾਨੂੰ ਨਹੀਂ ਰੋਏਗੀ ਕਦੀ, ਨਾ ਅੱਜ ਤੱਕ ਕਿਸੇ ਨੂੰ ਰੋਇਆ ਪ੍ਰੋਪਰਟੀ ਨੂੰ। ਪ੍ਰੋਪਰਟੀ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ। ਇਹ ਸਾਰੇ ਪਦਾਰਥ ਇੱਥੇ ਹੀ ਰਹਿ ਜਾਂਦੇ ਨੇ। ਇਸ ਕਰਕੇ ਬਾਬਾ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਮੈਂ ਦੇਖਿਆ ਸੰਸਾਰ ਦੇ ਵਿੱਚ, ਉਹ ਵੀ ਉਹਨਾਂ ਵੱਲ ਧਿਆਨ ਨਾਲ ਤੱਕ, ਜਿਹੜੇ ਕਿ ਵਿਸ ਗੰਦਲਾਂ ਦੇ ਵਪਾਰੀ ਸਨ, ਜਿਨ੍ਹਾਂ ਨੇ ਘਰ ਮਹਿਲ ਮਾੜੀਆਂ ਉਸਾਰੀਆਂ, ਉਹ ਵੀ ਇਹਨਾਂ ਨੂੰ ਛੱਡ ਕੇ ਆਖਿਰ ਸੰਸਾਰ ਤੋਂ ਤੁਰ ਗਏ। ਕੂੜਾ ਸੌਦਾ ਕਰ ਗਏ। ਉਹੀ ਸੌਦਾ ਕੀਤੇ ਨੇ, ਆਓ ਕਿ ਕੂੜਾ ਸੌਦਾ ਕਰਕੇ ਚਲੇ ਗਏ। ਸੱਚ ਦਾ ਵਪਾਰ ਨਹੀਂ ਕੀਤਾ, ਸੱਚਾ ਸੌਦਾ ਨਹੀਂ ਕੀਤਾ। ਕੂੜਾ ਵਪਾਰ ਉਹ ਜਿਹੜਾ ਇੱਥੇ ਹੀ ਛੱਡ ਕੇ ਜਾਣਾ ਹੋਵੇ, ਤੇ ਸੱਚਾ ਵਪਾਰ ਉਹ ਜਿਹੜਾ ਮਨੁੱਖ ਦੇ ਜਾਣ ਤੋਂ ਬਾਅਦ ਵੀ ਕੰਮ ਆਵੇ। ਹੁਣ ਗੁਰੂ ਨਾਨਕ ਨੇ ਸੱਚਾ ਸੌਦਾ ਕੀਤਾ ਸੀ, ਸਰੀਰ ਕਰਕੇ ਬਾਬਾ ਨਾਨਕ ਜੀ ਗਏ ਨੇ, ਪਰ ਸੱਚਾ ਸੌਦਾ ਅਜੇ ਵੀ ਚੱਲ ਰਿਹਾ ਹੈ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਉਹ ਸੌਦਾ ਜਿਹੜਾ ਮਰਨ ਤੋਂ ਬਾਅਦ ਵੀ ਚੱਲਦਾ ਰਹੇ, ਉਹ ਸੌਦਾ। ਕੂੜਾ ਸੌਦਾ ਉਹ ਹੈ ਜਿਹੜਾ ਕਿ ਜਿਸ ਦਿਨ ਮਰੇ ਤੇ ਉਸ ਸੌਦੇ ਨੇ ਕੰਮ ਨਹੀਂ ਆਉਣਾ। ਉਹ ਕੰਮ, ਉਹ ਵਸਤ ਵਿਹਾਜੀਏ ਜਿਹੜੀ ਜਾਣ ਤੋਂ ਬਾਅਦ ਵੀ ਕੰਮ ਆਵੇ। ਤਾਂ ਹੀ ਕਹਿੰਦੇ ਨੇ ਸਤਿਗੁਰ ਬਾਣੀ ਵਿੱਚ ਕਿ ਵਣਜ ਕਰੋ ਬਣ ਜਾ ਰਿਓ, ਵਖਰ ਲਿਓ ਸਮਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ। ਉਹ ਵਸਤ ਨੂੰ ਵਿਹਾਜੀਏ ਜਿਹੜੀ ਸਾਡੇ ਨਾਲ ਨਿਭੇਗੀ। ਇਹ ਕੂੜੇ ਸੌਦੇ ਨੇ ਨਾਲ ਨਹੀਂ ਨਿਭਣਾ। ਇਹ ਸਭ ਕੁਝ ਇੱਥੇ ਹੀ ਰਹੇਗਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ, ਕੂੜ ਕੂੜਾ ਨਹੀਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਇਹ ਸਭ ਕੁਝ ਕੂੜ ਹੈ, ਉਹ ਸਭ ਚਲਾਏਵਾਨ ਹੈ। ਔਰ ਇਹ ਕੂੜਾ ਸੌਦਾ ਕਰਕੇ ਜਾਵਾਂਗੇ ਤੇ ਖਿਆਲ ਕਰਨਾ, ਸੱਚਾਈ ਇਹ ਹੈ ਕਿ ਅੰਤ ਖਾਲੀ ਹੱਥ ਜਾਵਾਂਗੇ, ਕਿਉਂਕਿ ਇਹ ਕੂੜਾ ਸੌਦਾ ਇੱਥੇ ਹੀ ਰਹਿ ਜਾਣਾ, ਨਾਲ ਨਹੀਂ ਨਿਭਣਾ।
ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਆਖਣ ਲੱਗੇ ਬਾਬਾ ਫਰੀਦ ਜੀ, ਕਹਿੰਦੇ ਨੇ ਉਹ ਇਹ ਕੂੜਾ ਸੌਦਾ ਜਿਹੜਾ ਸੀ ਉਹ ਕਰਕੇ ਚਲੇ ਗਏ, ਤੇ ਇਹ ਨਾਲ ਨਾ ਨਿਭਿਆ ਜਿਹੜਾ ਕੂੜਾ ਸੌਦਾ ਕੀਤਾ ਸੀ, ਤੇ ਕਬਰ ਦੇ ਵਿੱਚ ਆ ਕੇ ਜਾ ਪਏ। ਗੋਰੀ ਗੋਰੀ ਕਹਿੰਦੇ ਨੇ ਕਬਰ ਨੂੰ, ਗੋਰ ਪਾਓ ਕਬਰ ਵਿੱਚ, ਆਏ ਪਏ ਆ ਕੇ ਪੈ ਗਏ, ਪਾਓ ਕਿ ਕਬਰ ਦੇ ਵਿੱਚ ਆ ਕੇ ਦਫਨ ਹੋ ਗਏ। ਕਬਰ ਫਿਰ ਜਾ ਪਏ ਔਰ ਕੂੜਾ ਸੌਦਾ ਕਰਕੇ ਗਏ। ਉਹ ਸੌਦਾ ਕੀਤਾ ਜੋ ਨਾਲ ਨਾ ਨਿਭਿਆ, ਪਾਓ ਕਿ ਅੰਤ ਖਾਲੀ ਹੱਥ ਚਲੇ ਗਏ। ਕੂੜੇ ਸੌਦੇ ਦਾ ਵਪਾਰੀ ਸੰਸਾਰ ਤੋਂ ਕੁਛ ਲੈ ਕੇ ਨਹੀਂ ਜਾਂਦਾ। ਨਾਂਗੇ ਪਾਵੋਂ ਤੇਗੇ ਜਿਨਕੇ ਲਾਖ ਕਰੋੜ, ਜਿਨ੍ਹਾਂ ਨੇ ਲੱਖਾਂ ਕਰੋੜਾਂ ਇਕੱਠੇ ਕੀਤੇ ਉਹ ਵੀ ਨੰਗੇ ਪੈਰੀ ਤੁਰ ਗਏ। ਇਸ ਕਰਕੇ ਬਾਬਾ ਜੀ ਸਾਨੂੰ ਜੀਵਨ ਦਾ ਉਹ ਸਿਧਾਂਤ ਇੱਥੇ ਸਮਝਾਉਣਾ ਚਾਹੁੰਦੇ ਨੇ। ਉਹ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਅਸੀਂ ਨਾਮ ਦੇ ਵਪਾਰੀ ਬਣੀਏ, ਸੱਚ ਦੇ ਵਪਾਰੀ ਬਣੀਏ, ਕਿਉਂਕਿ ਇਹ ਜਿਹੜਾ ਕੂੜਾ ਸੌਦਾ ਹੈ ਇਹ ਇੱਥੇ ਹੀ ਛੱਡ ਕੇ ਜਾਣਾ ਪੈਣਾ ਹੈ। ਇਹ ਦੁਨਿਆਵੀ ਪਦਾਰਥ ਬਰਤਨ ਤੱਕ ਤੇ ਠੀਕ ਨੇ, ਪਰ ਬੰਦੇ ਨੂੰ ਇਹ ਕਿਤੇ ਮਨ ਵਿੱਚ ਖਿਆਲ ਆ ਜਾਏ ਕਿ ਇਹ ਮੇਰੇ ਨੇ, ਬਸ ਉੱਥੇ ਹੀ ਸਾਰਾ ਗੜਬੜ ਹੈ ਔਰ ਉੱਥੇ ਹੀ ਮਨੁੱਖ ਦੁਖੀ ਹੁੰਦਾ ਹੈ। ਕਿਉਂਕਿ ਇਹ ਮਾਇਆ ਜਿਹੜੀ ਹੈ, ਇਸ ਨੂੰ ਮਾਰ ਕਹਿੰਦੇ ਪਾਪਾ ਵਾਜੋ ਹੋਵੇ ਨਹੀਂ, ਮੋਇਆ ਸਾਥ ਨਾ ਜਾਈ, ਜਾਂ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੁਝੈ ਕੋਈ। ਇਸ ਗੱਲ ਨੂੰ ਕੋਈ ਵਿਰਲਾ ਬਿਰਲਾ ਇਨਸਾਨ ਬੁਝਦਾ ਹੈ, ਸਮਝਦਾ ਹੈ। ਪਾਓ ਕਿ ਇਸ ਜੋ ਵੀ ਅਸੀਂ ਇਕੱਠਾ ਕਰਦੇ ਹਾਂ, ਜੇ ਕੂੜਾ ਸੌਦਾ ਕਰਾਂਗੇ ਇਹ ਸਭ ਇੱਥੇ ਹੀ ਛੱਡ ਕੇ ਜਾਣਾ ਹੈ। ਦੁਨਿਆਵੀ ਪਦਾਰਥ ਜਿਹੜੇ ਨੇ, ਮਹਿਲ ਮਾੜੀਆਂ, ਸੋਨਾ ਚਾਂਦੀ, ਇਹ ਜੋ ਵੀ ਕੁਝ ਇਕੱਠਾ ਕੀਤਾ ਇਹ ਸਭ ਇੱਥੇ ਹੀ ਰਹਿ ਜਾਣਾ ਹੈ। ਇਸ ਦਾ ਮਾਲਕ ਕੋਈ ਹੋਰ ਬਣ ਜਾਵੇਗਾ। ਅਸੀਂ ਗੌਰ ਵਿੱਚ ਜਾ ਕੇ ਕਬਰ ਵਿੱਚ ਪੈ ਜਾਵਾਂਗੇ ਔਰ ਖਾਲੀ ਹੱਥ ਜਾਵਾਂਗੇ, ਔਰ ਜਦੋਂ ਖਾਲੀ ਹੱਥ ਜਾਵਾਂਗੇ ਫਿਰ ਪਛਤਾਵਾ ਹੋਏਗਾ ਵੀ ਜਿਸ ਕੰਮ ਵਾਸਤੇ ਰੱਬਾ ਤੂੰ ਭੇਜਿਆ ਸੀ ਉਹ ਕੰਮ ਕੀਤਾ ਹੀ ਕੋਈ ਨਹੀਂ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਸੋਝੀ ਆ ਸਕੇ, ਕਿਤੇ ਅਸੀਂ ਸੱਚੇ ਦੇ ਵਪਾਰੀ ਬਣ ਜਾਈਏ ਔਰ ਸੱਚੇ ਨਾਮ ਦਾ ਵਪਾਰ ਕਰੀਏ ਔਰ ਇਸ ਵਸਤੂਆਂ ਨੂੰ ਜੀਵਨ ਵਿੱਚ ਵਰਤ ਕੇ ਆਨੰਦ ਪ੍ਰਾਪਤ ਕਰੀਏ। ਕਿਉਂਕਿ ਇਹ ਸਭ ਕੁਝ ਪਰਮਾਤਮਾ ਨੇ ਜੋ ਬਣਾਇਆ ਇਹ ਵਰਤਣ ਵਾਸਤੇ ਹੈ, ਇਹ ਇਕੱਠਾ ਕਰਨ ਵਾਸਤੇ ਨਹੀਂ। ਇਕੱਠਾ ਜੋ ਕਰਨਾ ਹੈ ਤੇ ਇੱਕੋ ਹੀ ਚੀਜ਼ ਹੈ, ਉਹ ਹੈ ਨਾਮ ਦਾ ਧਨ। ਇਹ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਨਾਮ ਦਾ ਧਨ ਜਿਹੜਾ ਹੈ ਉਹ ਇਕੱਠਾ ਕਰੀਏ, ਕਿਉਂਕਿ ਕਾਚਾ ਧਨ ਸੰਚੈ ਮੂਰਖ ਗਵਾਰ। ਕੱਚਾ ਧਨ ਮੂਰਖ ਗਵਾਰ ਇਕੱਠਾ ਕਰਦੇ ਹਨ, ਤੇ ਇਹ ਕੱਚਾ ਧਨ ਜਿਹੜਾ ਹਮੇਸ਼ਾ ਹੀ ਦੁਖਦਾਈ ਹੁੰਦਾ ਹੈ, ਮਨੁੱਖ ਨੂੰ ਕਦੇ ਸੁੱਖ ਨਹੀਂ ਦਿੰਦਾ। ਆਤਮਿਕ ਸੁੱਖ ਜਦੋਂ ਵੀ ਮਿਲੇਗਾ, ਸ਼ਗੁਨ ਜਦੋਂ ਵੀ ਮਿਲੇਗਾ, ਨਾਮ ਦਾ ਧਨ ਇਕੱਠਾ ਕਰਕੇ ਮਿਲੇਗਾ। ਧਨ ਵਾਸਤੇ ਇਹ ਧਨ ਦੀ ਲੋੜ ਹੈ, ਮਨ ਵਾਸਤੇ ਇਸ ਧਰਮ ਦੀ ਲੋੜ ਹੈ, ਇਸ ਗਿਆਨ ਦੀ ਲੋੜ ਹੈ। ਨਾਮ ਰੂਪੀ ਧਨ ਸਾਡੇ ਜੀਵਨ ਦਾ ਆਧਾਰ ਬਣੇ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਕੇ ਸਫਲ ਕਰ ਸਕੀਏ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਫਤਿਹ ਦੀ ਸਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇਰਾ ਕੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ सतगुर प्रसाद। जब हम होते तब तू नाही, अब तू ही मैं नाही। अनल अगम जैसे लहर में ओदत, जल केवल जल माही। जब हम होते तब तू नाही, अब तू ही मैं नाही। अनल अगम जैसे लहर में ओदत, जल केवल जल माही। माधवे क्या कहिए ब्रह्म ऐसा, जैसा मानिए होए न तैसा। राहो नरपत एक सिंहासन सोया, सुपने पया भिखारी।
अछत राज विचरत दुख पाया, सोगत भई हमारी। राज पोहंग प्रसंग जैसे है, अब कच मरम जनाया। अनक कटक जैसे फूल परे, अब कहते कह न आया। सर्वे एक अनेक स्वामी, सब कट भुगवै सोई। कह रविदास हाथ पैर नेरे, सहजे होए सो होई। सर्वे एक अनेक स्वामी, सब कट भुगवै सोई। कह रविदास हाथ पैर नेरे, सहजे होए सो होई। वाहिगुरू जी का खालसा, वाहिगुरू जी की फतेह। सतनाम श्री वाहिगुरु जी। सोहेला राग गौड़ी दीप की महला पहला। एक ओंकार सतगुर प्रसाद। जय कर कीरत आखिए करते का होए विचारो, तत्कर गावो सोहेला शिवर सज्जनहारो। तुम गावो मैं नृपौ का सोहेला हूँ, बारिज सोहेला सदा सुख होए रहाओ। नित निज जेड़े संभालियन, देखेगा देवनहार। तेरे दाने कीमत ना पवै, तिस दाते कम समार। समझ साल लिखिया मिल कर पावो तेल। देहो सज्जन असी सड़ियां, जो होवै साहिब सो मेल। कर कर एहो पहुँचा सदड़े, नित पवन सदनहार। सिमरिय नानक से दे आवन, रागा सा महला पहला। छे कर छे गुर छे उपदेश, गुर गुर एको बेस। अनेक बाबा जय कर करते कीरत होए, सो कर राख बिड़ाई तोय रहाओ। विश्वे चसियां घड़ियां पैरां, थती वारी महा हुआ। सूरज एको रुत अनेक, नानक करते के केते वेश। राग तना श्री महला पहला। गगन में थाल रवचन दीपक बने, तारका मंडल जनक मोती। तो मन आलो पवन चवरो, करे सगल बनराए फुलंत ज्योति। कैसी आरती होए बहुखंडा, तेरी आरती अनता शब्द बाजन पेहरी रहाओ। सहस्तम नैन नैन है तो एको, सहस मृत नायक तो ही। सहस पद विवंदन एक पद गंध बिन, सहस्तव गंध इव चलत मोही। सब में जो जोत है सोए, हृदय चानन सब में चानन होए। गुर साखी जोत प्रगट होए, ज्योतिष भावे सुआरती होए। हर चरण करुण मकरंद लोहित, मनन दिनों मोहे आही प्यासा। कृपा जल दे नानक सारंग को, हो जाते तेरे नाय बासा। राग गौड़ी पूरी महला चौथा। काम क्रोध नगर को भरया, साधु खंडल खंडाहे। पूरब लिखा लिखे गुर पाया, मन हाल्य मंडल मंडाहे। कर साधु अंजलि पुन बड्डाहे, कर दंडोत पुन बड्डाए रहाओ। साकत हर साध न जाने, तिन अंतर हूँ मैं कंडाहे। जो जो चला चुबे दुख पामै, जम काल सह से डंडाहे। हर जन हर हर नाम समाने, दुख जन्म मरण हो खंडाहे। अविनाशी पुरख पाया परमेश्वर, बहु सौ खंड ब्रह्मंडाहे। हम गरीब मस्कीन प्रभ तेरे, हर राख राख बड़ बड्डा है। जन नानक नाम धार टेक, हर नामे ही सुख मंडा है। राग गौड़ी पूरी महला पंजवा। करो बेनंती सुनो मेरे मीता, सन टहल की बेला। इहाँ खाट चलो हर लाहा, आगे वसन सवेला। उत्कटै दिन सरै नारे, मन गुर मिल का सवारे रहाओ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ। ਇਹ ਰਸ ਅਕਥ ਕਥਾ ਤਿਨ ਜਾਨੀ, ਜਾਕੂ ਆਏ ਸੋਈ ਵਿਹਾਜੋ। ਹਰ ਗੁਰ ਤੇ ਮਨੈ ਵਸੇਰਾ, ਨਿਜ ਕਰ ਮੈਲ ਪਾਉ ਸੁਖ ਸਹਿਜੇ। ਬਹੁਤ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗਿਆ